ਮੇਰਾ ਨਾਂ ਗੀਤ ਹੈ। ਮੇਰਾ ਜਨਮ ਇੱਕ ਗਰੀਬ ਪਰਿਵਾਰ ਵਿੱਚ ਹੋਇਆ ਸੀ। ਮੇਰੇ ਪਿਤਾ ਮੈਨੂੰ ਉਦੋਂ ਛੱਡ ਗਏ ਸਨ ਜਦੋਂ ਮੈਂ ਛੋਟੀ ਸੀ। ਮੇਰੀ ਮਾਂ ਨੇ ਮੈਨੂੰ ਲੋਕਾਂ ਦੇ ਘਰਾਂ ਵਿੱਚ ਕੰਮ ਕਰਕੇ ਪਾਲਿਆ। ਰੱਬ ਨੇ ਮੈਨੂੰ ਪੈਸਾ ਨਹੀਂ ਦਿੱਤਾ ਸੀ, ਪਰ ਖੂਬਸੂਰਤੀ ਦਿਲ ਖੋਲ ਕੇ ਦਿੱਤੀ ਸੀ। ਜੋ ਵੀ ਇੱਕ ਵਾਰ ਮੈਨੂੰ ਦੇਖ ਲੈਂਦਾ, ਉਹ ਵਿਸ਼ਵਾਸ ਨਹੀਂ ਕਰਦਾ ਸੀ ਕਿ ਮੈਂ ਇਸ ਦੁਨੀਆ ਦੀ ਹਾਂ। ਪਰ ਜਿਵੇਂ ਜਿਵੇਂ ਮੈਂ ਵੱਡੀ ਹੁੰਦੀ ਗਈ ਤਾਂ ਮੇਰੀ ਮਾਂ ਲਈ ਮੁਸੀਬਤ ਬਣਦੀ ਜਾ ਰਹੀ ਸੀ, ਕਿਉਂਕਿ ਗਰੀਬ ਘਰ ਵਿੱਚ ਸੁੰਦਰ ਬਣ ਕੇ ਜਨਮ ਲੈਣਾ ਇੱਕ ਗੁਨਾਹ ਹੈ। ਹਰ ਕੋਈ ਮੇਰੀ ਸੁੰਦਰਤਾ ਨੂੰ ਹਾਸਲ ਕਰਨਾ ਚਾਹੁੰਦਾ ਸੀ, ਪਰ ਇੱਜ਼ਤ ਨਾਲ ਨਹੀਂ, ਸਿਰਫ ਆਪਣੀ ਹਵਸ ਪੂਰੀ ਕਰਨ ਲਈ। ਮੇਰੀ ਮਾਂ ਮੈਨੂੰ ਦੁਨੀਆ ਦੀਆਂ ਨਜ਼ਰਾਂ ਤੋਂ ਦੂਰ ਰੱਖਦੀ ਸੀ। ਜਿਉਂ ਹੀ ਮੈਂ ਜਵਾਨੀ ਦੀ ਦਹਲੀਜ਼ ਤੇ ਪੈਰ ਰੱਖਿਆ, ਮੇਰੀ ਮਾਂ ਨੂੰ ਮੇਰੇ ਵਿਆਹ ਦੀ ਚਿੰਤਾ ਹੋ ਗਈ। ਉਹ ਚਾਹੁੰਦੀ ਸੀ ਕਿ ਮੈਂ ਜਲਦੀ ਤੋਂ ਜਲਦੀ ਆਪਣੇ ਘਰ ਜਾਵਾਂ ਅਤੇ ਉਸ ਦੀ ਚਿੰਤਾ ਖਤਮ ਹੋ ਜਾਵੇ। ਉਹ ਆਪਣੀ ਸਿਹਤ ਨੂੰ ਲੈ ਕੇ ਵੀ ਡਰਦੀ ਸੀ, ਕਿਉਂਕਿ ਮੇਰੀ ਮਾਂ ਬਿਮਾਰ ਰਹਿੰਦੀ ਸੀ। ਉਹ ਸੋਚਦੀ ਸੀ ਕਿ ਜੇ ਮੈਨੂੰ ਕੁਝ ਹੋ ਗਿਆ ਤਾਂ ਮੇਰੀ ਧੀ ਦਾ ਕੀ ਬਣੇਗਾ। ਮੈਨੂੰ ਕਈ ਰਿਸ਼ਤੇ ਆਏ, ਪਰ ਸਾਡੇ ਵਰਗੇ ਗਰੀਬ ਪਰਿਵਾਰ ਤੋਂ ਆਉਂਦੇ ਸਨ। ਪਰ ਮੇਰੀ ਮਾਂ ਚਾਹੁੰਦੀ ਸੀ ਕਿ ਮੇਰਾ ਵਿਆਹ ਕਿਸੇ ਚੰਗੇ ਘਰ ਵਿੱਚ ਹੋ ਜਾਵੇ। ਉਹ ਨਹੀਂ ਚਾਹੁੰਦੀ ਸੀ ਕਿ ਮੇਰੀ ਧੀ ਹੁਣ ਦੀ ਤਰ੍ਹਾਂ ਵਿਆਹ ਤੋਂ ਬਾਅਦ ਵੀ ਦੁੱਖ ਝੱਲੇ। ਉਹ ਰਿਸ਼ਤਾ ਕਰਾਉਣ ਵਾਲੇ ਨੂੰ ਕਹਿੰਦੀ ਕਿ ਮੇਰੀ ਧੀ ਚੰਨ ਦਾ ਟੁਕੜਾ ਹੈ। ਇਸ ਤਰ੍ਹਾਂ ਹੀ ਮੈਂ ਆਪਣੀ ਧੀ ਨੂੰ ਕਿਸੇ ਅਜਨਬੀ ਦੇ ਘਰ ਨਹੀਂ ਦੇ ਸਕਦੀ। ਅਤੇ ਫਿਰ ਬਹੁਤ ਕੋਸ਼ਿਸ਼ਾਂ ਦੇ ਬਾਅਦ ਮੇਰੇ ਲਈ ਇੱਕ ਚੰਗਾ ਰਿਸ਼ਤਾ ਮਿਲ ਗਿਆ। ਮੁੰਡੇ ਵਾਲੇ ਬਹੁਤ ਅਮੀਰ ਸਨ। ਉਹ 7 ਭਰਾ ਸਨ। ਉਹ ਆਪਣੇ ਪਿਤਾ ਦਾ ਸਾਥ ਪਹਿਲਾਂ ਹੀ ਛੱਡ ਚੁੱਕੇ ਸੀ। 7 ਭਰਾ ਬਹੁਤ ਸੋਹਣੇ ਸਨ। ਦੂਜੇ ਨੰਬਰ ਵਾਲੇ ਦਾ ਰਿਸ਼ਤਾ ਮੇਰੇ ਲਈ ਆਇਆ ਸੀ। ਮੇਰੀ ਮਾਂ ਨੂੰ ਯਕੀਨ ਹੀ ਨਹੀਂ ਹੋ ਰਿਹਾ ਸੀ ਕਿ ਸਾਡੇ ਘਰ ਇੰਨੇ ਅਮੀਰ ਪਰਿਵਾਰ ਦਾ ਰਿਸ਼ਤਾ ਆਇਆ ਸੀ। ਮੈਂ ਵੀ ਹੈਰਾਨ ਸੀ। ਇੰਨੇ ਪੈਸੇ ਵਾਲੇ ਲੋਕ ਸਾਡੇ ਗਰੀਬਾਂ ਦੇ ਘਰ ਵਿਆਹ ਕਿਉਂ ਕਰਵਾਉਣਾ ਚਾਹੁੰਦੇ ਸਨ। ਮੈਂ ਸੁਣਿਆ ਸੀ ਕਿ ਉਹਨਾਂ ਦੇ ਘਰ ਨੌਕਰਾਂ ਦੀ ਫੌਜ ਹੈ, ਗੱਡੀਆਂ ਦੀ ਲਾਈਨ ਲੱਗੀ ਹੋਈ ਹੈ, ਬੈਂਕ ਬੈਲੈਂਸ ਹੈ, ਬਹੁਤ ਵੱਡਾ ਘਰ ਹੈ। ਮੇਰੀ ਸੱਸ ਬਹੁਤ ਹੀ ਮਾਡਰਨ ਸੀ, ਜੋ ਮੈਨੂੰ ਦੇਖਣ ਆਈ ਸੀ। ਇਸ ਰਿਸ਼ਤੇ ਨੂੰ ਲੈ ਕੇ ਮੇਰੀ ਮਾਂ ਬਹੁਤ ਖੁਸ਼ ਸੀ। ਉਹ ਆਪਣੀ ਖੁਸ਼ੀ ਨੂੰ ਰੋਕ ਨਹੀਂ ਪਾ ਰਹੀ ਸੀ। ਉਹ ਵਾਰ-ਵਾਰ ਮੇਰੇ ਮੱਥੇ ਨੂੰ ਚੁੰਮ ਰਹੀ ਸੀ ਅਤੇ ਮੇਰੀ ਚੰਗੀ ਕਿਸਮਤ ਲਈ ਦੁਆਵਾਂ ਦੇ ਰਹੀ ਸੀ। ਪਰ ਪਤਾ ਨਹੀਂ ਕਿਉਂ ਮੇਰੇ ਦਿਲ ਨੂੰ ਲੱਗ ਰਿਹਾ ਸੀ ਕਿ ਕੁਝ ਨਾ ਕੁਝ ਗਲਤ ਹੋ ਰਿਹਾ ਸੀ, ਕਿਉਂਕਿ ਸੁੰਦਰ ਹੋਣਾ ਕੋਈ ਖਾਸ ਕਾਰਨ ਨਹੀਂ ਸੀ। ਮੇਰੇ ਵਰਗੀਆਂ ਸੋਹਣੀਆਂ ਕੁੜੀਆਂ ਉਹਨਾਂ ਨੂੰ ਆਪਣੇ ਖਾਨਦਾਨ ਵਿੱਚ ਵੀ ਮਿਲ ਸਕਦੀਆਂ ਸਨ, ਪਰ ਫਿਰ ਉਹ ਕਿਉਂ ਚਾਹੁੰਦੇ ਸਨ ਕਿ ਉਹ ਲੋਅਰ ਕਲਾਸ ਦੀ ਕੁੜੀ ਨਾਲ ਹੀ ਵਿਆਹ ਕਰਨ। ਫਿਰ ਮੈਂ ਇਹ ਕਹਿ ਕੇ ਆਪਣੇ ਦਿਲ ਨੂੰ ਸਮਝਾਇਆ ਕਿ ਸ਼ਾਇਦ ਅਮੀਰ ਘਰਾਣਿਆਂ ਦੀਆਂ ਕੁੜੀਆਂ ਬਹੁਤ ਵਿਗੜੀਆਂ ਹੋਈਆਂ ਹੁੰਦੀਆਂ ਹਨ ਅਤੇ ਆਪਣੇ ਸਹੁਰਿਆਂ ਨੂੰ ਵਿਆਹ ਤੋਂ ਬਾਅਦ ਬਹੁਤ ਤੰਗ ਕਰਦੀਆਂ ਹਨ। ਇਸ ਲਈ ਉਹ ਇੱਕ ਸਧਾਰਨ ਕੁੜੀ ਨਾਲ ਵਿਆਹ ਕਰਨਾ ਚਾਹੁੰਦੇ ਹੋਣ, ਜੋ ਉਹਨਾਂ ਦੇ ਪੂਰੇ ਪਰਿਵਾਰ ਨੂੰ ਜੋੜ ਕੇ ਰੱਖੇ। ਮੇਰੀ ਮੰਗਣੀ ਦਾ ਦਿਨ ਵੀ ਆ ਗਿਆ ਸੀ। ਮੰਗਣੀ ਵਾਲੇ ਦਿਨ ਮੇਰੇ ਸਹੁਰੇ ਬਹੁਤ ਕੀਮਤੀ ਸਮਾਨ ਲੈ ਕੇ ਆਏ ਸਨ। ਅਜਿਹੀਆਂ ਚੀਜ਼ਾਂ ਲੈ ਕੇ ਆਏ ਜੋ ਮੈਂ ਆਪਣੀ ਜ਼ਿੰਦਗੀ ਵਿੱਚ ਪਹਿਲਾਂ ਕਦੇ ਨਹੀਂ ਵਰਤੀ ਸੀ ਅਤੇ ਨਾ ਹੀ ਕਦੇ ਵਰਤਣ ਬਾਰੇ ਸੋਚਿਆ ਸੀ। ਬਹੁਤ ਸਾਰੇ ਕੀਮਤੀ ਗਹਿਣੇ ਅਤੇ ਬਹੁਤ ਸਾਰੇ ਕੱਪੜੇ ਲੈ ਕੇ ਆਏ ਸਨ। ਮੇਰੇ ਇਲਾਕੇ ਦੀਆਂ ਕੁੜੀਆਂ ਨੇ ਦੇਖਿਆ ਤਾਂ ਉਹ ਹੈਰਾਨ ਰਹਿ ਗਈਆਂ। ਕੋਈ ਵਿਸ਼ਵਾਸ ਨਹੀਂ ਕਰ ਸਕਦਾ ਸੀ ਕਿ ਮੇਰੀ ਕਿਸਮਤ ਵੀ ਇਸ ਤਰ੍ਹਾਂ ਚਮਕ ਸਕਦੀ ਹੈ। ਇੱਥੋਂ ਤੱਕ ਕਿ ਮੈਂ ਆਪਣੇ ਆਪ ਤੇ ਵਿਸ਼ਵਾਸ ਨਹੀਂ ਕਰ ਰਹੀ ਸੀ ਕਿ ਰੱਬ ਨੇ ਮੈਨੂੰ ਇੰਨੀ ਚੰਗੀ ਕਿਸਮਤ ਦਿੱਤੀ ਹੈ। ਵਿਆਹ ਇੱਕ ਹਫ਼ਤੇ ਬਾਅਦ ਹੀ ਹੋਣਾ ਸੀ। ਵਿਆਹ ਵਾਲੇ ਦਿਨ ਵੀ ਮੇਰੇ ਸਹੁਰੇ ਬਹੁਤ ਕੀਮਤੀ ਸਮਾਨ ਲੈ ਕੇ ਆਏ ਸਨ ਅਤੇ ਸਾਡੇ ਤੋਂ ਕੋਈ ਦਾਜ ਨਹੀਂ ਲਿਆ ਸੀ। ਮੈਂ ਇੱਕ ਵੱਡੀ ਕਾਰ ਵਿੱਚ ਆਪਣੇ ਸਹੁਰੇ ਘਰ ਆਈ। ਜਦੋਂ ਮੈਂ ਆਪਣੇ ਸਹੁਰੇ ਘਰ ਆਈ ਤਾਂ ਮੈਨੂੰ ਹੋਰ ਵੀ ਹੈਰਾਨੀ ਹੋਈ, ਕਿਉਂਕਿ ਮੇਰਾ ਸਹੁਰਾ ਘਰ ਵਿਆਹ ਵਾਲਾ ਘਰ ਨਹੀਂ ਲੱਗ ਰਿਹਾ ਸੀ। ਬਹੁਤ ਘੱਟ ਮਹਿਮਾਨ ਸਨ। ਕੁਝ ਰਸਮਾਂ ਤੋਂ ਬਾਅਦ ਮੇਰੀ ਸੱਸ ਨੇ ਮੈਨੂੰ ਇੱਕ ਸਜਾਏ ਹੋਏ ਹਾਲ ਵਿੱਚ ਬਿਠਾਇਆ। ਰਾਤ ਬਹੁਤ ਹੋ ਚੁੱਕੀ ਸੀ। ਇਸ ਹਿਸਾਬ ਨਾਲ ਤਾਂ ਮੇਰੀ ਸੱਸ ਨੂੰ ਮੈਨੂੰ ਮੇਰੇ ਕਮਰੇ ਵਿੱਚ ਲੈ ਜਾਣਾ ਚਾਹੀਦਾ ਸੀ। ਫਿਰ ਉਹ ਮੇਰੇ ਕੋਲ ਬੈਠ ਕੇ ਕਹਿਣ ਲੱਗੀ, ਗੀਤ ਪੁੱਤਰ, ਸਾਡੇ ਇੱਥੇ ਇੱਕ ਖਾਸ ਰਸਮ ਹੁੰਦੀ ਹੈ। ਉਸ ਰਸਮ ਅਨੁਸਾਰ ਦੁਲਹਨ ਨੂੰ ਕਮਰੇ ਵਿੱਚ ਭੇਜਣ ਦੀ ਥਾਂ ਇਸ ਹਾਲ ਵਿੱਚ ਬਿਠਾਇਆ ਜਾਂਦਾ ਹੈ ਅਤੇ ਫਿਰ ਉਸ ਦੀਆਂ ਅੱਖਾਂ ਤੇ ਪੱਟੀ ਬੰਨ੍ਹ ਦਿੱਤੀ ਜਾਂਦੀ ਹੈ। ਸਾਰੀ ਰਾਤ ਦੁਲਹਨ ਦੀਆਂ ਅੱਖਾਂ ਤੇ ਕਾਲੀ ਪੱਟੀ ਬੰਨ੍ਹੀ ਰਹਿੰਦੀ ਹੈ ਅਤੇ ਖੁਸਰੇ ਉਸ ਦੇ ਆਲੇ ਦੁਆਲੇ ਨੱਚਦੇ ਹਨ ਅਤੇ ਆਪਣੀ ਸ਼ੁਭ ਆਵਾਜ਼ ਵਿੱਚ ਲਾੜੀ ਨੂੰ ਅਸ਼ੀਰਵਾਦ ਦਿੰਦੇ ਹਨ। ਅਜਿਹਾ ਕਰਨ ਨਾਲ ਸਾਡੇ ਪਰਿਵਾਰ ਦੀ ਔਰਤ ਜਲਦੀ ਗਰਭਵਤੀ ਹੋ ਜਾਂਦੀ ਹੈ। ਪਰ ਜੋ ਔਰਤ ਇਸ ਰਸਮ ਨੂੰ ਪੂਰਾ ਨਹੀਂ ਕਰਦੀ, ਉਹ ਔਰਤ ਸਾਰੀ ਉਮਰ ਮਾਂ ਨਹੀਂ ਬਣ ਸਕਦੀ।
मैं अपनी माडਰਨ सੱਸ ਦੇ ਮੂੰਹੋਂ ਇਹ ਗੱਲਾਂ ਸੁਣ ਕੇ ਕਾਫੀ ਹੈਰਾਨ ਹੋਈ। ਪਰ ਮੈਂ ਇੱਕ ਦਿਨ ਦੀ ਨਵ ਵਿਆਹੀ ਦੁਲਹਨ ਸੀ, ਮੈਂ ਕੀ ਕਰ ਸਕਦੀ ਸੀ? ਇਸ ਲਈ ਮੈਂ ਚੁੱਪ ਸੀ। ਉਸਨੇ ਮੇਰੀਆਂ ਅੱਖਾਂ ਤੇ ਕਾਲੀ ਪੱਟੀ ਬੰਨ੍ਹ ਦਿੱਤੀ ਤਾਂ ਜੋ ਮੈਂ ਕੁਝ ਦੇਖ ਨਾ ਸਕਾਂ। ਆਲੇ ਦੁਆਲੇ ਸਿਰਫ ਆਵਾਜ਼ਾਂ ਆ ਰਹੀਆਂ ਸਨ। ਮੈਨੂੰ ਉਹਨਾਂ ਆਵਾਜ਼ਾਂ ਵਿੱਚ ਕੁਝ ਵੀ ਸਮਝ ਨਹੀਂ ਆ ਰਿਹਾ ਸੀ ਕਿ ਉਹ ਅਰਦਾਸ ਕਰ ਰਹੇ ਹਨ ਜਾਂ ਗਾ ਰਹੇ ਹਨ। ਅਜਿਹਾ ਮਹਿਸੂਸ ਹੋਇਆ ਜਿਵੇਂ ਮੇਰੇ ਆਲੇ ਦੁਆਲੇ ਬਹੁਤ ਸਾਰੇ ਲੋਕ ਸਨ। ਮੈਂ ਬਹੁਤ ਦੇਰ ਤੱਕ ਇਸੇ ਤਰ੍ਹਾਂ ਬੈਠੀ ਰਹੀ। ਫਿਰ ਮੈਨੂੰ ਪਿਆਸ ਲੱਗੀ। ਮੈਂ ਪੀਣ ਲਈ ਪਾਣੀ ਮੰਗਿਆ। ਥੋੜੀ ਦੇਰ ਬਾਅਦ ਕਿਸੇ ਨੇ ਪਾਣੀ ਦਾ ਗਿਲਾਸ ਮੇਰੇ ਵੱਲ ਵਧਾਇਆ। ਮੈਂ ਪਾਣੀ ਪੀਤਾ, ਪਰ ਪਤਾ ਨਹੀਂ ਉਹ ਪਾਣੀ ਕਿਵੇਂ ਦਾ ਸੀ। ਉਹ ਠੰਡਾ ਮਿੱਠਾ ਪਾਣੀ ਜਿਸ ਨੂੰ ਪੀਂਦਿਆਂ ਹੀ ਮੈਂ ਆਰਾਮ ਮਹਿਸੂਸ ਕੀਤਾ। ਮੇਰਾ ਦਿਮਾਗ ਹੀ ਰੁਕ ਗਿਆ ਸੀ। ਫਿਰ ਵੇਖਦਿਆਂ ਹੀ ਪਤਾ ਨਹੀਂ ਕਦੋਂ ਨੀਂਦ ਆ ਗਈ। ਸਵੇਰੇ ਜਦੋਂ ਅੱਖ ਖੁੱਲ੍ਹੀ ਤਾਂ ਮੈਂ ਝੱਟ ਉੱਠ ਕੇ ਬੈਠ ਗਈ। ਮੇਰੀਆਂ ਅੱਖਾਂ ਤੋਂ ਕਾਲੀ ਪੱਟੀ ਹਟਾ ਦਿੱਤੀ ਗਈ ਸੀ। ਜਦੋਂ ਮੈਂ ਆਲੇ ਦੁਆਲੇ ਦੇਖਿਆ ਤਾਂ ਮੇਰੀ ਚੀਕ ਨਿਕਲ ਗਈ, ਕਿਉਂਕਿ ਮੇਰੇ ਆਲੇ ਦੁਆਲੇ ਬਹੁਤ ਸਾਰੇ ਲੋਕ ਸਨ ਜੋ ਅਜੀਬ ਨਜ਼ਰਾਂ ਨਾਲ ਮੈਨੂੰ ਦੇਖ ਰਹੇ ਸਨ, ਜਿਨ੍ਹਾਂ ਨੇ ਅਜੀਬ ਕੱਪੜੇ ਪਾਏ ਹੋਏ ਸਨ। ਮੇਰੀ ਚੀਕ ਸੁਣ ਕੇ ਮੇਰੀ ਸੱਸ ਮੇਰੇ ਕੋਲ ਆਈ। ਮੇਰੇ ਆਸ-ਪਾਸ ਬੈਠੇ ਸਾਰੇ ਖੁਸਰਿਆਂ ਨੂੰ ਮੇਰੀ ਸੱਸ ਨੇ ਘਰੋਂ ਬਾਹਰ ਕੱਢ ਦਿੱਤਾ। ਮੈਂ ਆਪਣੀ ਸੱਸ ਨੂੰ ਪੁੱਛਿਆ, ਇਹ ਸਭ ਕੀ ਹੈ ਅਤੇ ਤੁਹਾਡਾ ਪੁੱਤਰ ਅਰਥਾਤ ਮੇਰਾ ਪਤੀ ਕਿੱਥੇ ਹੈ? ਮੇਰੀ ਸੱਸ ਨੇ ਮੈਨੂੰ ਦਿਲਾਸਾ ਦਿੰਦੇ ਹੋਏ ਕਿਹਾ, ਚਿੰਤਾ ਨਾ ਕਰ, ਇਹ ਖੁਸਰੇ ਹਨ। ਉਹ ਬਹੁਤ ਭਾਗਾਂ ਵਾਲੇ ਹਨ। ਉਹਨਾਂ ਦੀਆਂ ਅਰਦਾਸਾਂ ਵਿੱਚ ਬਹੁਤ ਪ੍ਰਭਾਵ ਹੁੰਦਾ ਹੈ। ਤੁਹਾਨੂੰ 7 ਦਿਨਾਂ ਲਈ ਇਸ ਹਾਲ ਵਿੱਚ ਬਿਠਾਇਆ ਜਾਵੇਗਾ ਅਤੇ ਇਹ ਲੋਕ ਤੁਹਾਡੇ ਲਈ ਅਰਦਾਸ ਕਰਨਗੇ। ਤੁਹਾਨੂੰ ਆਪਣੇ ਆਉਣ ਵਾਲੇ ਬੱਚੇ ਲਈ ਇਹ ਰਸਮ 7 ਦਿਨਾਂ ਤੱਕ ਪੂਰੀ ਕਰਨੀ ਪਵੇਗੀ। ਇਸ ਤੋਂ ਬਾਅਦ ਹੀ ਤੁਸੀਂ ਆਪਣੇ ਪਤੀ ਨੂੰ ਮਿਲ ਸਕੋਗੇ। ਮੈਂ ਆਪਣੀ ਸੱਸ ਦੀ ਇਹ ਅਜੀਬ ਗੱਲ ਸੁਣ ਕੇ ਘਬਰਾ ਗਈ। ਇਸ ਦਾ ਮਤਲਬ ਹੈ ਕਿ ਮੈਨੂੰ 7 ਦਿਨਾਂ ਲਈ ਇਹਨਾਂ ਅਜੀਬ ਲੋਕਾਂ ਨਾਲ ਰਹਿਣਾ ਪਵੇਗਾ। ਮੈਂ 7 ਦਿਨਾਂ ਤੱਕ ਆਪਣੇ ਪਤੀ ਨੂੰ ਨਹੀਂ ਮਿਲ ਸਕਦੀ ਸੀ। ਮੇਰਾ ਦਿਲ ਬਹੁਤ ਬੇਚੈਨ ਹੋਣ ਲੱਗਾ, ਪਰ ਮੈਂ ਕੀ ਕਰ ਸਕਦੀ ਸੀ? ਮੈਨੂੰ ਮਜਬੂਰ ਕੀਤਾ ਗਿਆ ਸੀ। ਮੈਂ ਇੱਕ ਦਿਨ ਦੀ ਵਹੁਟੀ ਆਪਣਾ ਮੂੰਹ ਕਿਵੇਂ ਖੋਲ੍ਹ ਸਕਦੀ ਸੀ ਅਤੇ ਕਹਿ ਸਕਦੀ ਸੀ ਕਿ ਮੈਂ ਆਪਣੇ ਪਤੀ ਕੋਲ ਜਾਣਾ ਹੈ। ਹੁਣ ਮੇਰੇ ਕੋਲ ਇਹ ਸਭ ਕਰਨ ਤੋਂ ਬਿਨਾਂ ਕੋਈ ਚਾਰਾ ਨਹੀਂ ਸੀ। ਦੂਜੇ ਦਿਨ ਵੀ ਮੈਨੂੰ ਦੁਲਹਨ ਵਾਂਗ ਸਜਾਇਆ ਗਿਆ ਅਤੇ ਅੱਖਾਂ ਤੇ ਕਾਲੀ ਪੱਟੀ ਬੰਨ੍ਹ ਕੇ ਮੈਨੂੰ ਹਾਲ ਵਿੱਚ ਬਿਠਾਇਆ ਗਿਆ। ਮੇਰੇ ਆਲੇ ਦੁਆਲੇ ਫਿਰ ਤੋਂ ਨੱਚਣ ਗਾਉਣ ਦੀਆਂ ਆਵਾਜ਼ਾਂ ਆਉਣ ਲੱਗ ਪਈਆਂ। ਬਹੁਤ ਉੱਚੀ ਢੋਲ ਦੀ ਆਵਾਜ਼ ਮੇਰੇ ਕੰਨਾਂ ਵਿੱਚ ਪੈ ਰਹੀ ਸੀ। ਕੁਝ ਬੋਲਣ ਵਾਲਿਆਂ ਦੀ ਆਵਾਜ਼ ਵਿੱਚ ਉਹਨਾਂ ਲੋਕਾਂ ਦੇ ਗੀਤ ਵੀ ਸੁਣਾਈ ਦੇ ਰਹੇ ਸਨ। ਮੈਨੂੰ ਬੈਠੀ ਨੂੰ ਅਜੇ ਥੋੜੀ ਦੇਰ ਹੀ ਹੋਈ ਸੀ ਕਿ ਮੈਨੂੰ ਪਿਆਸ ਲੱਗੀ। ਪਾਣੀ ਪੀਤਾ ਤੇ ਮੈਨੂੰ ਫਿਰ ਤੋਂ ਨੀਂਦ ਆਉਣ ਲੱਗੀ ਤੇ ਫਿਰ ਮੈਂ ਉੱਥੇ ਹੀ ਬੈਠੀ ਸੋ ਗਈ। ਜਦੋਂ ਮੈਂ ਸਵੇਰੇ ਉੱਠੀ ਤਾਂ ਉਹੀ ਲੋਕ ਮੇਰੇ ਆਲੇ ਦੁਆਲੇ ਬੈਠੇ ਸਨ। ਮੈਂ ਉਹਨਾਂ ਦੇ ਚਿਹਰੇ ਦੇਖ ਕੇ ਘਬਰਾ ਗਈ। ਮੇਰਾ ਸਾਰਾ ਸਰੀਰ ਥਕਾਵਟ ਨਾਲ ਭਰ ਗਿਆ ਸੀ। ਇਹ ਇਸ ਤਰ੍ਹਾਂ ਸੀ ਜਿਵੇਂ ਮੈਂ ਸਾਰੀ ਰਾਤ ਮਿਹਨਤ ਕੀਤੀ ਹੋਵੇ। ਫਿਰ ਇਸ ਤਰ੍ਹਾਂ ਕਰਦੇ ਹੋਏ ਪੂਰੇ 7 ਦਿਨ ਇਹ ਡਰਾਮਾ ਚੱਲਿਆ। 8ਵੇਂ ਦਿਨ ਮੈਨੂੰ ਮੇਰੇ ਕਮਰੇ ਵਿੱਚ ਲੈ ਗਏ। ਪੂਰਾ ਕਮਰਾ ਫੁੱਲਾਂ ਨਾਲ ਸਜਿਆ ਹੋਇਆ ਸੀ। ਮੈਂ ਅਜੇ ਤੱਕ ਆਪਣੇ ਪਤੀ ਨੂੰ ਨਹੀਂ ਮਿਲੀ ਸੀ। ਮੈਂ ਆਪਣੀ ਸੱਸ ਨੂੰ ਕਿਹਾ ਕਿ ਮੈਂ ਅੱਜ ਆਪਣੇ ਪਤੀ ਨੂੰ ਮਿਲ ਪਾਵਾਂਗੀ। ਮੇਰੀ ਸੱਸ ਮੇਰੀ ਗੱਲ ਸੁਣ ਕੇ ਹੱਸ ਪਈ। ਉਸਨੇ ਕਿਹਾ, ਕਿੰਨੀ ਬੇਸ਼ਰਮ ਕੁੜੀ ਹੈ, ਆਪਣੇ ਪਤੀ ਨੂੰ ਮਿਲਣ ਦੀ ਕਿੰਨੀ ਕਾਹਲੀ ਹੈ। ਮੇਰੀ ਸੱਸ ਦੀ ਗੱਲ ਸੁਣ ਕੇ ਮੈਨੂੰ ਸ਼ਰਮ ਮਹਿਸੂਸ ਹੋਈ। ਮੈਨੂੰ ਬੈੱਡ ਤੇ ਬਿਠਾ ਕੇ ਮੇਰੀ ਸੱਸ ਕਮਰੇ 'ਚੋਂ ਚਲੀ ਗਈ ਅਤੇ ਮੈਂ ਆਪਣੇ ਪਤੀ ਦੀ ਉਡੀਕ ਵਿੱਚ ਬੈਠੀ ਸੀ। ਅੱਜ 7 ਦਿਨਾਂ ਬਾਅਦ ਮੈਂ ਦੀਪ ਦੀ ਉਡੀਕ ਕਰ ਰਹੀ ਸੀ। ਮੇਰਾ ਦਿਲ ਤੇਜ਼ ਧੜਕ ਰਿਹਾ ਸੀ। ਉਦੋਂ ਹੀ ਕਮਰੇ ਦੇ ਬਾਹਰ ਕਿਸੇ ਦੇ ਆਉਣ ਦੀ ਆਵਾਜ਼ ਸੁਣਾਈ ਦਿੱਤੀ। ਮੈਂ ਝੱਟ ਉੱਠ ਕੇ ਬੈਠ ਗਈ। ਕੋਈ ਦਰਵਾਜ਼ਾ ਖੋਲ੍ਹ ਕੇ ਅੰਦਰ ਆਇਆ ਤੇ ਮੇਰੇ ਕੋਲ ਆ ਕੇ ਖੜਾ ਹੋ ਗਿਆ। ਮੈਂ ਪਰਦੇ ਦੇ ਪਾਸਿਓਂ ਦੇਖਿਆ ਕਿ ਆਉਣ ਵਾਲੇ ਵਿਅਕਤੀ ਨੇ ਬਹੁਤ ਪੁਰਾਣੇ ਕੱਪੜੇ ਪਾਏ ਹੋਏ ਸਨ। ਦੇਖਣ ਤੋਂ ਲਾੜਾ ਬਿਲਕੁਲ ਨਹੀਂ ਲੱਗ ਰਿਹਾ ਸੀ। ਆਉਣ ਵਾਲਾ ਬੰਦਾ ਮੇਰੇ ਕੰਨਾਂ ਕੋਲ ਆ ਕੇ ਬੋਲਿਆ, ਜਿੰਨੀ ਛੇਤੀ ਹੋ ਸਕੇ ਇੱਥੋਂ ਭੱਜੋ, ਇਹ ਲੋਕ ਚੰਗੇ ਨਹੀਂ ਹਨ। ਇਸ ਤੋਂ ਪਹਿਲਾਂ ਕਿ ਉਹ ਮੈਨੂੰ ਹੋਰ ਕੁਝ ਕਹਿੰਦਾ, ਮੈਂ ਆਪਣਾ ਪਰਦਾ ਹਟਾਉਣ ਹੀ ਵਾਲੀ ਸੀ। ਉਹ ਝੱਟ ਕਮਰੇ ਤੋਂ ਬਾਹਰ ਚਲਾ ਗਿਆ। ਮੈਂ ਉਸ ਦਾ ਚਿਹਰਾ ਵੀ ਨਹੀਂ ਦੇਖ ਸਕੀ। ਪਤਾ ਨਹੀਂ ਉਹ ਕੌਣ ਸੀ। ਉਸ ਤੋਂ ਬਾਅਦ ਮੇਰੇ ਮਨ ਵਿੱਚ ਹਲਚਲ ਪੈਦਾ ਹੋ ਗਈ ਅਤੇ ਉਹ ਮੇਰੇ ਸਹੁਰਿਆਂ ਨੂੰ ਕਿਉਂ ਬੁਰਾ ਭਲਾ ਕਹਿ ਰਿਹਾ ਸੀ ਅਤੇ ਫਿਰ ਇਹ ਸਭ ਮੇਰੇ ਨਾਲ ਕੀ ਹੋ ਰਿਹਾ ਹੈ। ਅਜੇ ਮੈਂ ਇਹ ਸਭ ਸੋਚ ਹੀ ਰਹੀ ਸੀ, ਫਿਰ ਮੇਰੀ ਸੱਸ ਮੇਰੇ ਕਮਰੇ ਵਿੱਚ ਆ ਗਈ ਅਤੇ ਮੈਨੂੰ ਦੱਸਣ ਲੱਗੀ, ਦੇਖੋ ਗੀਤ, ਮੈਨੂੰ ਮੇਰੇ ਗੁਰੂ ਜੀ ਦਾ ਫੋਨ ਆਇਆ। ਉਹ ਕਹਿ ਰਹੇ ਸਨ ਕਿ ਜੋ ਸਮਾਗਮ ਹੋਇਆ ਹੈ ਉਹ ਅਜੇ ਅਧੂਰਾ ਹੈ। ਇਸ ਵਿੱਚ ਅਜੇ ਹੋਰ ਵੀ ਕੁਝ ਕਰਨਾ ਬਾਕੀ ਹੈ। ਇਸ ਲਈ ਤੁਸੀਂ ਦੀਪ ਨੂੰ ਹੁਣ ਮਿਲ ਤਾਂ ਸਕਦੇ ਹੋ, ਪਰ ਉਸ ਨਾਲ
ਆਪਣੀ ਵਿਆਹੁਤਾ ਜ਼ਿੰਦਗੀ ਦੀ ਸ਼ੁਰੂਆਤ ਨਹੀਂ ਕਰਨੀ। ਜੇ ਤੁਸੀਂ ਮੇਰੀ ਗੱਲ ਨੂੰ ਸਮਝਦੇ ਹੋ ਤਾਂ ਤਦ ਤੱਕ ਸਿੰਗਲ ਹੀ ਰਹਿਣਾ ਹੈ। ਮੈਂ ਆਪਣੀ ਸੱਸ ਦੀਆਂ ਗੱਲਾਂ ਸੁਣ ਕੇ ਹੈਰਾਨ ਰਹਿ ਗਈ ਸੀ ਕਿ ਇਹ ਕਿਹੜੀ ਰੀਤ ਹੈ ਜੋ ਪਤਨੀ ਨੂੰ ਪਤੀ ਤੋਂ ਮਿਲਣ ਲਈ ਰੋਕ ਰਹੀ ਹੈ। ਅਸੀਂ ਦੋਵੇਂ ਵਿਆਹੇ ਹੋਏ ਸੀ। ਇਹ ਹੱਕ ਤਾਂ ਕਾਨੂੰਨ ਨੇ ਵੀ ਦਿੱਤਾ ਹੈ ਅਤੇ ਰੱਬ ਨੇ ਵੀ ਦਿੱਤਾ ਸੀ ਕਿ ਅਸੀਂ ਪਤੀ ਪਤਨੀ ਆਪਣਾ ਵਿਆਹੁਤਾ ਜੀਵਨ ਸ਼ੁਰੂ ਕਰੀਏ। ਫਿਰ ਮੇਰੀ ਸੱਸ ਇਹਨਾਂ ਰਸਮਾਂ ਦੇ ਨਾਂ ਤੇ ਸਾਨੂੰ ਕਿਉਂ ਇੱਕ ਦੂਜੇ ਤੋਂ ਵੱਖ ਕਰ ਰਹੀ ਸੀ। ਫਿਰ ਥੋੜੀ ਦੇਰ ਬਾਅਦ ਮੇਰਾ ਪਤੀ ਕਮਰੇ ਅੰਦਰ ਆਇਆ। ਉਸਨੇ ਮੇਰਾ ਹਾਲ ਚਾਲ ਪੁੱਛਿਆ, ਇੱਧਰ ਉੱਧਰ ਦੀਆਂ ਗੱਲਾਂ ਕੀਤੀਆਂ ਅਤੇ ਆਪਣਾ ਬਿਸਤਰਾ ਇੱਕ ਪਾਸੇ ਰੱਖ ਕੇ ਸੋ ਗਿਆ। ਸ਼ਾਇਦ ਉਸ ਦੀ ਮਾਂ ਨੇ ਉਸ ਨੂੰ ਪਹਿਲਾਂ ਹੀ ਸਭ ਕੁਝ ਸਮਝਾ ਦਿੱਤਾ ਸੀ। ਮੈਂ ਵੀ ਬੈੱਡ ਤੇ ਲੈਟ ਗਈ। ਹਰ ਰੋਜ਼ ਉਹੀ ਗੱਲ ਹੋਣ ਲੱਗੀ। ਦੀਪ ਮੇਰੇ ਨੇੜੇ ਨਾ ਆਉਂਦਾ। ਅਸੀਂ ਦੋਵੇਂ ਕਮਰੇ ਵਿੱਚ ਅਲੱਗ-ਅਲੱਗ ਸੋ ਜਾਂਦੇ। ਕਈ ਵਾਰ ਉਹ ਲੋਕ ਰਾਤ ਨੂੰ ਵੀ ਆ ਜਾਂਦੇ ਸਨ ਅਤੇ ਅੱਖਾਂ ਤੇ ਪੱਟੀ ਬੰਨ੍ਹ ਉਹੀ ਪੁਰਾਣੀਆਂ ਰਸਮਾਂ ਕਰਦੇ ਹੋਏ ਮੈਨੂੰ ਮੇਰੇ ਪਤੀ ਦੀਆਂ ਹਰਕਤਾਂ ਵੀ ਬਹੁਤ ਅਜੀਬ ਲੱਗਦੀਆਂ ਸਨ। ਉਦਾਹਰਣ ਵਜੋਂ ਜਦੋਂ ਉਹ ਨਹਾ ਕੇ ਬਾਥਰੂਮ ਤੋਂ ਬਾਹਰ ਆਉਂਦਾ ਸੀ ਤਾਂ ਉਹ ਘੰਟਿਆਂ ਬੱਧੀ ਸ਼ੀਸ਼ੇ ਦੇ ਸਾਹਮਣੇ ਖੜਾ ਰਹਿੰਦਾ ਸੀ ਅਤੇ ਆਪਣੇ ਆਪ ਨੂੰ ਉਹਨਾਂ ਚੀਜ਼ਾਂ ਨਾਲ ਸਜਾਉਂਦਾ ਸੀ ਜੋ ਕੁੜੀਆਂ ਪਹਿਨਦੀਆਂ ਸਨ। ਹੱਥਾਂ ਵਿੱਚ ਕੰਗਣ, ਉਂਗਲਾਂ ਵਿੱਚ ਮੁੰਦਰੀਆਂ ਅਤੇ ਕੰਨਾਂ ਵਿੱਚ ਵਾਲੀਆਂ। ਹਰ ਕੋਈ ਮੇਰੇ ਉੱਤੇ ਤਿੱਖੀ ਨਜ਼ਰ ਰੱਖਦਾ ਸੀ। ਮੈਨੂੰ ਕਿਤੇ ਵੀ ਇਕੱਲੀ ਨਹੀਂ ਭੇਜਦੇ ਸਨ। ਜੇ ਮੇਰਾ ਬਾਹਰ ਕੋਈ ਕੰਮ ਹੁੰਦਾ ਤਾਂ ਜਾਂ ਦੀਪ ਮੇਰੇ ਨਾਲ ਜਾਂਦਾ ਜਾਂ ਮੇਰੀ ਸੱਸ। ਘਰ ਦੇ ਬਾਹਰ ਦੀ ਤਾਂ ਗੱਲ ਹੀ ਛੱਡੋ, ਮੇਰੀ ਸੱਸ ਮੈਨੂੰ ਘਰ ਦੇ ਅੰਦਰ ਵੀ ਇੱਧਰ ਉੱਧਰ ਘੁੰਮਣ ਨਹੀਂ ਦਿੰਦੀ ਸੀ। ਮੈਂ ਖਾਣੇ ਦੀ ਮੇਜ਼ ਤੱਕ ਜਾਂ ਆਪਣੇ ਕਮਰੇ ਦੇ ਅੰਦਰ ਹੀ ਸੀਮਿਤ ਰਹਿੰਦੀ ਸੀ। ਘਰ ਵਿੱਚ ਹਰ ਕੋਈ ਅਜੀਬ ਜਿਹੀਆਂ ਗੱਲਾਂ ਕਰਦਾ ਸੀ। ਇੱਕ ਦਿਨ ਮੈਂ ਆਪਣੇ ਕਮਰੇ ਵਿੱਚ ਬੈਠੀ ਬੋਰ ਹੋ ਰਹੀ ਸੀ। ਸੋਚਿਆ ਥੋੜੀ ਦੇਰ ਲਈ ਬਾਹਰ ਜਾਵਾਂ। ਮੈਂ ਕਮਰੇ ਤੋਂ ਬਾਹਰ ਆ ਕੇ ਘਰ ਦੇ ਆਲੇ ਦੁਆਲੇ ਘੁੰਮਣ ਲੱਗੀ। ਇਹ ਇੱਕ ਵੱਡਾ ਘਰ ਸੀ। ਮੈਂ ਕਮਰੇ ਦੇ ਸਾਹਮਣੇ ਤੋਂ ਲੰਘ ਰਹੀ ਸੀ। ਉਦੋਂ ਹੀ ਮੈਨੂੰ ਅੰਦਰੋਂ ਕਿਸੇ ਦੀ ਆਵਾਜ਼ ਸੁਣਾਈ ਦੇਣ ਲੱਗੀ। ਮੈਂ ਉਹਨਾਂ ਆਵਾਜ਼ਾਂ ਨੂੰ ਸੁਣਨ ਦੀ ਕੋਸ਼ਿਸ਼ ਕਰਨ ਲੱਗੀ। ਮੇਰੇ ਕੰਨ ਦਰਵਾਜ਼ੇ ਤੇ ਸਨ। ਉਦੋਂ ਕਿਸੇ ਨੇ ਮੈਨੂੰ ਹੱਥ ਲਾ ਖਿੱਚਿਆ। ਮੈਂ ਪਿੱਛੇ ਮੁੜ ਕੇ ਦੇਖਿਆ। ਸ਼ਾਇਦ ਉਹ ਘਰ ਦਾ ਨੌਕਰ ਸੀ। 28 ਤੋਂ 30 ਸਾਲ ਦੀ ਉਮਰ ਸੀ। ਕੱਦ ਵੀ ਚੰਗਾ ਸੀ। ਮੈਨੂੰ ਕਿਹਾ, ਮੈਮ ਇਸ ਘਰ ਦੀ ਜਾਸੂਸੀ ਨਾ ਕਰੋ, ਨਹੀਂ ਤਾਂ ਤੁਸੀਂ ਬਚ ਨਹੀਂ ਸਕੋਗੇ। ਵਿਆਹ ਦੀ ਪਹਿਲੀ ਰਾਤ ਵੀ ਮੈਂ ਹੀ ਸੀ ਜੋ ਤੁਹਾਡੇ ਕਮਰੇ ਵਿੱਚ ਆਇਆ ਸੀ ਅਤੇ ਤੁਹਾਨੂੰ ਚੇਤਾਵਨੀ ਵੀ ਦਿੱਤੀ ਸੀ ਕਿ ਜਿੰਨੀ ਜਲਦੀ ਹੋ ਸਕੇ ਇੱਥੋਂ ਭੱਜਣ ਦੀ ਕੋਸ਼ਿਸ਼ ਕਰੋ, ਨਹੀਂ ਤਾਂ ਨਤੀਜਾ ਮਾੜਾ ਹੋਵੇਗਾ। ਨੌਕਰ ਆਪਣੀ ਗੱਲ ਵੀ ਪੂਰੀ ਨਾ ਕਰ ਸਕਿਆ ਤਾਂ ਮੇਰੀ ਸੱਸ ਨੇ ਆ ਕੇ ਗੁੱਸੇ ਨਾਲ ਕਿਹਾ, ਅਮਨ ਤੂੰ ਇੱਥੇ ਕੀ ਕਰ ਰਿਹਾ ਹੈ? ਤੂੰ ਆਪਣਾ ਕੰਮ ਕਰ। ਤੇ ਗੀਤ, ਤੂੰ ਆਪਣੇ ਕਮਰੇ ਤੋਂ ਬਾਹਰ ਕਿਉਂ ਆਈ? ਤੁਸੀਂ ਆਪਣੇ ਕਮਰੇ ਵਿੱਚ ਬੈਠੋ। ਮੈਂ ਆਪਣੇ ਕਮਰੇ ਵਿੱਚ ਚਲੀ ਗਈ। ਪਰ ਉਸ ਨੌਕਰ ਦੇ ਬੋਲ ਮੇਰੇ ਕੰਨਾਂ ਵਿੱਚ ਗੂੰਜ ਰਹੇ ਸਨ। ਪਤਾ ਨਹੀਂ ਕਿਉਂ ਮੈਨੂੰ ਡਰ ਲੱਗਣ ਲੱਗ ਪਿਆ ਸੀ ਕਿ ਮੇਰੇ ਨਾਲ ਕੁਝ ਗਲਤ ਹੋ ਰਿਹਾ ਹੈ। ਇੱਕ ਰਾਤ ਦੀਪ ਮੇਰੇ ਕੋਲ ਆਇਆ, ਕਹਿਣ ਲੱਗਾ, ਜਲਦੀ ਤਿਆਰ ਹੋ ਜਾਓ, ਅਸੀਂ ਕਿਤੇ ਜਾਣਾ ਹੈ। ਉਸਨੇ ਮੈਨੂੰ ਸਾੜੀ ਦਿੱਤੀ। ਮੈਂ ਸਾੜੀ ਦੇਖ ਕੇ ਹੈਰਾਨ ਹੋ ਗਈ। ਇਹ ਬਹੁਤ ਹਲਕੀ ਸਾੜੀ ਸੀ ਅਤੇ ਬਲਾਊਜ਼ ਬਹੁਤ ਛੋਟਾ ਸੀ। ਮੈਂ ਕਿਹਾ, ਮੈਂ ਇਸ ਤਰ੍ਹਾਂ ਦੇ ਕੱਪੜੇ ਨਹੀਂ ਪਾਉਂਦੀ। ਮੇਰੀ ਗੱਲ ਸੁਣ ਕੇ ਉਹ ਸਮਝ ਗਿਆ, ਪਰ ਮੈਨੂੰ ਇਹ ਪਹਿਰਾਵਾ ਪਸੰਦ ਹੈ। ਮੈਨੂੰ ਮਜਬੂਰ ਕੀਤਾ। ਮੈਂ ਉਸ ਸਾੜੀ ਨੂੰ ਪਾ ਲਿਆ। ਫਿਰ ਦੀਪ ਨੇ ਖੁਦ ਆਪਣੇ ਹੱਥਾਂ ਨਾਲ ਮੇਰਾ ਮੇਕਅਪ ਕੀਤਾ। ਦੀਪ ਮੇਕਅਪ ਕਰ ਰਿਹਾ ਸੀ ਅਤੇ ਮੈਂ ਹੈਰਾਨ ਸੀ। ਦੀਪ ਮੈਨੂੰ ਹੈਰਾਨ ਦੇਖ ਕੇ ਬੋਲਿਆ ਕਿ ਮੈਂ ਇੱਕ ਮੇਕਅਪ ਆਰਟਿਸਟ ਹਾਂ। ਦੀਪ ਨੇ ਮੈਨੂੰ ਚੰਗੀ ਤਰ੍ਹਾਂ ਤਿਆਰ ਕਰਕੇ ਕਾਰ ਵਿੱਚ ਬਿਠਾਇਆ। ਮੇਰੀ ਸੱਸ ਪਹਿਲਾਂ ਹੀ ਕਾਰ ਵਿੱਚ ਬੈਠੀ ਸੀ। ਦੀਪ ਨੇ ਮੇਰੀਆਂ ਅੱਖਾਂ ਤੇ ਕਾਲੀ ਪੱਟੀ ਬੰਨ੍ਹ ਦਿੱਤੀ। ਜਦੋਂ ਮੈਂ ਇਤਰਾਜ਼ ਕੀਤਾ ਤਾਂ ਮੇਰੀ ਸੱਸ ਨੇ ਕਿਹਾ, ਗੀਤ ਬੇਟਾ, ਮਜਬੂਰੀ ਹੈ। ਅਸੀਂ ਤੁਹਾਡੀ ਬਿਹਤਰ ਜ਼ਿੰਦਗੀ ਲਈ ਇਹ ਪਾਠ ਕਰ ਰਹੇ ਹਾਂ। ਇਸ ਦਾ ਪੂਰਾ ਹੋਣਾ ਬਹੁਤ ਜ਼ਰੂਰੀ ਹੈ। ਪਤਾ ਨਹੀਂ ਉਹ ਮੈਨੂੰ ਅੱਖਾਂ ਤੇ ਪੱਟੀ ਬੰਨ੍ਹ ਕੇ ਕਿੱਥੇ ਲੈ ਗਏ। ਕੁਝ ਹੀ ਦੇਰ ਵਿੱਚ ਮੇਰੇ ਆਲੇ ਦੁਆਲੇ ਢੋਲ ਦੀ ਆਵਾਜ਼ ਆਉਣ ਲੱਗੀ ਅਤੇ ਖੁਸਰਿਆਂ ਦੇ ਨੱਚਣ ਅਤੇ ਗਾਉਣ ਦੀ ਆਵਾਜ਼ ਵੀ ਆ ਰਹੀ ਸੀ। ਪਰ ਇਸ ਵਾਰ ਮੈਂ ਸੋਚਿਆ ਕਿ ਮੈਂ ਸੱਚਾਈ ਜਾਣ ਕੇ ਹੀ ਰਹਾਂਗੀ, ਕਿਉਂਕਿ ਮੈਨੂੰ ਨਹੀਂ ਪਤਾ ਸੀ ਕਿ ਇਹ ਲੋਕ ਮੇਰੇ ਸੌਣ ਤੋਂ ਬਾਅਦ ਕੀ ਕਰਦੇ ਹਨ। ਮੇਰੀ ਸੱਸ ਨੇ ਮੈਨੂੰ ਪੀਣ ਲਈ ਪਾਣੀ ਦਿੱਤਾ। ਮੈਂ ਸਭ ਤੋਂ ਛੁਪਾ ਕੇ ਉਹ ਪਾਣੀ ਸੁੱਟ ਦਿੱਤਾ ਅਤੇ ਸੌਣ ਦਾ ਨਾਟਕ ਕਰਨ ਲੱਗੀ। ਪਤਾ ਨਹੀਂ ਉਹ ਲੋਕ ਮੇਰੇ ਸਰੀਰ ਨੂੰ ਹੱਥਾਂ ਨਾਲ ਛੂ ਕੇ ਕੀ ਕਰ ਰਹੇ ਸਨ। ਮੈਨੂੰ ਘਿਰਣਾ ਮਹਿਸੂਸ ਹੋਣ ਲੱਗੀ। ਮੈਂ ਡਰ ਕੇ ਝਟ ਉੱਠੀ ਅਤੇ ਆਪਣੀ ਅੱਖਾਂ ਦੀ ਪੱਟੀ ਲਾ ਦਿੱਤੀ। ਮੈਨੂੰ ਇਸ ਤਰ੍ਹਾਂ ਹੋਸ਼ ਵਿੱਚ ਦੇਖ ਕੇ ਉਹ ਪੂਰੀ ਤਰ੍ਹਾਂ ਹੈਰਾਨ ਰਹਿ ਗਏ। ਇੱਕ ਖੁਸਰਾ ਮੇਰੀ ਸੱਸ ਵੱਲ ਵਧਿਆ ਤੇ ਕਹਿਣ ਲੱਗਾ, ਇਸ ਕੁੜੀ ਨੇ ਸਾਡੇ ਸਾਰੇ ਨਿਯਮ ਅਤੇ ਕਾਨੂੰਨ ਵਿਗਾੜ ਦਿੱਤੇ ਹਨ। ਹੁਣ ਤੁਹਾਡਾ ਪੁੱਤਰ ਕਦੇ ਵੀ ਠੀਕ ਨਹੀਂ ਹੋ ਸਕਦਾ। ਤੁਸੀਂ ਇਸ ਕੁੜੀ ਅਤੇ ਆਪਣੇ ਪੁੱਤਰ ਨੂੰ ਇੱਥੋਂ ਲੈ ਜਾਓ।
ਆਪਣੇ ਗੁਰੂ ਜੀ ਨੂੰ ਇਸ ਤਰ੍ਹਾਂ ਗੁੱਸੇ ਵਿੱਚ ਦੇਖ ਕੇ ਮੇਰੀ ਸੱਸ ਉਸ ਖੁਸਰੇ ਦੀਆਂ ਮਿੰਨਤਾਂ ਕਰਨ ਲੱਗੀ। ਬੜੀ ਮਿਹਨਤ ਤੋਂ ਬਾਅਦ ਉਸਨੇ ਕਿਹਾ ਕਿ ਠੀਕ ਹੈ, ਇਸ ਕੁੜੀ ਨੂੰ 3 ਦਿਨਾਂ ਬਾਅਦ ਮੇਰੇ ਕੋਲ ਲੈ ਕੇ ਆਇਓ। ਉਸ ਤੋਂ ਬਾਅਦ ਦੀਪ ਅਤੇ ਮੇਰੀ ਸੱਸ ਮੈਨੂੰ ਘਰ ਲੈ ਆਈ। ਉਹ ਲੋਕ ਖੁੱਲ੍ਹ ਕੇ ਮੇਰੇ ਸਾਹਮਣੇ ਆ ਗਏ। ਘਰ ਆਉਂਦਿਆਂ ਹੀ ਉਸਨੇ ਮੈਨੂੰ ਧੱਕਾ ਦੇ ਕੇ ਕਮਰੇ ਵਿੱਚ ਬੰਦ ਕਰ ਦਿੱਤਾ। ਹੁਣ ਮੈਂ ਬਹੁਤ ਡਰ ਗਈ ਸੀ। ਮੈਨੂੰ ਅਹਿਸਾਸ ਹੋਇਆ ਕਿ ਮੈਂ ਗਲਤ ਲੋਕਾਂ ਨਾਲ ਫਸੀ ਹੋਈ ਹਾਂ। ਪਤਾ ਨਹੀਂ ਇਹ ਲੋਕ ਕੌਣ ਸਨ, ਚੋਰ, ਡਾਕੂ ਜਾਂ ਮਾਫੀਆ। ਮੈਨੂੰ ਕੁਝ ਵੀ ਸਮਝ ਨਹੀਂ ਆ ਰਿਹਾ ਸੀ। ਮੈਂ ਆਪਣੇ ਕਮਰੇ ਵਿੱਚ ਬੈਠ ਕੇ ਫੁੱਟ ਕੇ ਰੋਣ ਲੱਗੀ। ਮੈਂ ਆਪਣੀ ਮਾਂ ਨੂੰ ਬਹੁਤ ਯਾਦ ਕਰ ਰਹੀ ਸੀ। ਵਿਆਹ ਤੋਂ ਬਾਅਦ ਮੈਂ ਇੱਕ ਵਾਰ ਵੀ ਮਾਂ ਨੂੰ ਨਹੀਂ ਮਿਲੀ। ਕਦੇ ਦੀਪ ਮੇਰੀ ਮਾਂ ਨਾਲ ਫੋਨ ਤੇ ਗੱਲ ਕਰਾ ਦਿੰਦਾ ਸੀ। ਇਹ ਸਾਰੀਆਂ ਗੱਲਾਂ ਝੂਠ ਸਨ ਕਿ ਇਹ ਪਾਠ ਕਰਨ ਨਾਲ ਮੈਂ ਮਾਂ ਬਣ ਜਾਵਾਂਗੀ। ਇਹ ਸਭ ਗਲਤ ਸੀ। ਸ਼ਾਇਦ ਇਹ ਲੋਕ ਕੋਈ ਹੋਰ ਹੀ ਡਰਾਮਾ ਰਚ ਰਹੇ ਸਨ। ਪਤਾ ਨਹੀਂ ਕਿਸ ਮਕਸਦ ਲਈ ਇਹ ਲੋਕ ਮੈਨੂੰ ਇਸਤੇਮਾਲ ਕਰ ਰਹੇ ਸਨ। ਮੈਂ ਇੱਥੋਂ ਭੱਜਣਾ ਚਾਹੁੰਦੀ ਸੀ, ਪਰ ਉਹਨਾਂ ਨੇ ਕਮਰੇ ਨੂੰ ਬਾਹਰੋਂ ਬੰਦ ਕਰ ਦਿੱਤਾ ਸੀ। ਮੈਂ ਚਾਹੁੰਦੇ ਹੋਏ ਵੀ ਇੱਥੋਂ ਬਾਹਰ ਨਹੀਂ ਜਾ ਸਕਦੀ ਸੀ। ਮੈਨੂੰ ਉਸ ਨੌਕਰ ਦੀਆਂ ਗੱਲਾਂ ਯਾਦ ਆਉਣ ਲੱਗ ਪਈਆਂ। ਜੇ ਮੈਂ ਉਸ ਦਾ ਕਹਿਣਾ ਮੰਨ ਕੇ ਉਸੇ ਵੇਲੇ ਭੱਜ ਜਾਂਦੀ ਤਾਂ ਸ਼ਾਇਦ ਇਹਨਾਂ ਲੋਕਾਂ ਤੋਂ ਬਚ ਜਾਂਦੀ। ਫਿਰ ਅਗਲੀ ਰਾਤ ਉਹ ਨੌਕਰ ਮੈਨੂੰ ਖਾਣਾ ਦੇਣ ਲਈ ਮੇਰੇ ਕਮਰੇ ਵਿੱਚ ਆਇਆ। ਉਸ ਨੂੰ ਦੇਖ ਕੇ ਮੇਰੇ ਹੰਝੂ ਨਿਕਲ ਗਏ। ਮੈਨੂੰ ਉਹ ਸਾਰੇ ਘਰ ਵਿੱਚ ਆਪਣਾ ਇੱਕੋ ਇੱਕ ਹਮਦਰਦ ਲੱਗਿਆ। ਮੈਂ ਰੋਂਦੇ ਹੋਏ ਕਿਹਾ, ਅਮਨ, ਦੱਸੋ ਇਹ ਲੋਕ ਕੌਣ ਹਨ? ਕਿਰਪਾ ਕਰਕੇ ਮੈਨੂੰ ਇੱਥੋਂ ਬਾਹਰ ਕੱਢੋ। ਅਮਨ ਨੇ ਕਿਹਾ, ਮੇਮ ਸਾਹਿਬ, ਇਹ ਚੰਗੇ ਲੋਕ ਨਹੀਂ ਹਨ। ਅੱਜ ਮੈਂ ਤੁਹਾਨੂੰ ਸੱਚ ਦੱਸਦਾ ਹਾਂ, ਕਿਉਂਕਿ ਵੱਡੀ ਮੇਮ ਸਾਹਿਬ ਨੇ ਮੈਨੂੰ ਤੁਹਾਨੂੰ ਖਾਣਾ ਦੇਣ ਲਈ ਕਿਹਾ ਹੈ। ਉਹ ਕਿਤੇ ਬਾਹਰ ਗਈ ਹੋਈ ਹੈ। ਉਹਨਾਂ ਨੂੰ ਘਰ ਵਾਪਸ ਆਉਣ ਵਿੱਚ ਘੱਟੋ ਘੱਟ ਅੱਧਾ ਘੰਟਾ ਲੱਗੇਗਾ। ਮੇਮ ਸਾਹਿਬ, ਇਹ ਚੰਗੇ ਲੋਕ ਨਹੀਂ ਹਨ। ਇਹ ਸੱਤੇ ਮੁੰਡੇ ਮੇਮ ਸਾਹਿਬ ਦੇ ਬੇਟੇ ਨਹੀਂ ਹਨ, ਸਗੋਂ ਸਭ ਕਿੰਨਰ ਹਨ। ਵੱਡੀ ਮੇਮ ਸਾਹਿਬ ਦਾ ਤਾਂ ਇੱਕ ਹੀ ਪੁੱਤਰ ਹੈ, ਤੁਹਾਡਾ ਪਤੀ, ਅਤੇ ਉਹ ਵੀ ਇੱਕ ਖੁਸਰਾ ਹੈ। ਵੱਡੀ ਮੇਮ ਸਾਹਿਬ ਨੂੰ ਕਿਸੇ ਨੇ ਕਿਹਾ ਸੀ ਕਿ ਤੁਸੀਂ ਅਣਵਿਆਹੀਆਂ ਕੁੜੀਆਂ ਤੇ ਘੱਟੋ ਘੱਟ 14 ਦਿਨ ਪਾਠ ਕਰਨਾ ਹੈ, ਅਤੇ ਜੇ ਇਹ ਪਾਠ ਕਿੰਨਰ ਕਰਨਗੇ ਤਾਂ ਤੁਹਾਡਾ ਖੁਸਰਾ ਪੁੱਤਰ ਠੀਕ ਹੋ ਜਾਵੇਗਾ, ਅਤੇ ਫਿਰ ਕੁਆਰੀ ਦੁਲਹਨ ਨੂੰ ਉਸ ਪਾਠ ਦੇ ਆਖਰੀ ਦਿਨ ਅਜਿਹੀ ਜਗ੍ਹਾ ਤੇ ਭੇਜਿਆ ਜਾਵੇਗਾ ਜਿੱਥੋਂ ਉਹ ਕਦੇ ਵਾਪਸ ਨਹੀਂ ਆ ਸਕੇਗੀ। ਅਮਨ ਦੀ ਗੱਲ ਸੁਣ ਕੇ ਮੈਂ ਡਰ ਗਈ। ਯਾਨੀ ਕੱਲ ਨੂੰ 14 ਦਿਨ ਹੋ ਗਏ ਸਨ। ਮੈਂ ਬਿਸਤਰ ਤੇ ਬੈਠ ਕੇ ਭੁੱਬਾਂ ਮਾਰ ਕੇ ਰੋਣ ਲੱਗੀ। ਅਮਨ ਮੇਰੀ ਹਾਲਤ ਦੇਖ ਨਾ ਸਕਿਆ। ਉਹ ਮੇਰੇ ਕੋਲ ਆਇਆ ਤੇ ਕਹਿਣ ਲੱਗਾ, ਮੇਮ ਸਾਹਿਬ, ਇਸ ਤਰ੍ਹਾਂ ਰੋ ਨਾ। ਮੈਂ ਤੁਹਾਡੀ ਜਾਨ ਬਚਾਉਣੀ ਸੀ, ਪਰ ਮੈਂ ਕੀ ਕਰਾਂ? ਮੈਨੂੰ ਮਜਬੂਰ ਕੀਤਾ ਗਿਆ ਸੀ, ਪਰ ਮੈਂ ਆਪਣੀ ਆਖਰੀ ਕੋਸ਼ਿਸ਼ ਕਰਨਾ ਚਾਹੁੰਦਾ ਹਾਂ। ਵੱਡੀ ਮੇਮ ਸਾਹਿਬ ਦੇ ਆਉਣ ਵਿੱਚ ਅਜੇ ਸਮਾਂ ਹੈ। ਤੁਸੀਂ ਅਜਿਹਾ ਕਰੋ, ਜਲਦੀ ਇੱਥੋਂ ਭੱਜ ਜਾਓ। ਅਮਨ ਦੀ ਗੱਲ ਸੁਣ ਕੇ ਮੈਂ ਬੋਲੀ, ਅਮਨ, ਮੇਰੇ ਭੱਜਣ ਦਾ ਸਾਰਾ ਦੋਸ਼ ਤੇਰੇ ਸਿਰ ਆ ਜਾਵੇਗਾ ਤੇ ਉਹ ਲੋਕ ਤੈਨੂੰ ਨਹੀਂ ਬਖਸ਼ਣਗੇ। ਮੈਂ ਤੁਹਾਡੀ ਜਾਨ ਨੂੰ ਖਤਰੇ ਵਿੱਚ ਪਾ ਕੇ ਭੱਜ ਨਹੀਂ ਸਕਦੀ। ਪਰ ਅਮਨ ਨੇ ਮੇਰੀ ਇੱਕ ਨਾ ਸੁਣੀ ਅਤੇ ਮੈਨੂੰ ਜ਼ਬਰਦਸਤੀ ਹੱਥ ਫੜ ਕੇ ਘਰੋਂ ਬਾਹਰ ਕੱਢ ਦਿੱਤਾ। ਉੱਥੋਂ ਭੱਜ ਕੇ ਮੈਂ ਪਹਿਲਾਂ ਥਾਣੇ ਪਹੁੰਚੀ। ਮੈਂ ਥਾਣੇ ਪਹੁੰਚ ਕੇ ਉਹਨਾਂ ਨੂੰ ਦੱਸਿਆ ਕਿ ਇਸ ਸਮੇਂ ਮੇਰੀ ਜਾਨ ਨੂੰ ਖਤਰਾ ਹੈ ਅਤੇ ਮੇਰੇ ਤੋਂ ਇਲਾਵਾ ਇੱਕ ਹੋਰ ਮੁੰਡੇ ਦੀ ਜਾਨ ਨੂੰ ਖਤਰਾ ਹੈ। ਕਿਰਪਾ ਕਰਕੇ ਜਲਦੀ ਆ ਜਾਓ, ਨਹੀਂ ਤਾਂ ਉਹਨਾਂ ਲੋਕਾਂ ਦਾ ਕੀ ਪਤਾ ਕਿ ਉਹ ਉਸ ਮੁੰਡੇ ਨਾਲ ਕੀ ਕਰਨਗੇ। ਬਸ ਫੌਰੀ ਕਾਰਵਾਈ ਕਰਦੇ ਹੋਏ ਉਹ ਮੇਰੇ ਨਾਲ ਸਹੁਰੇ ਘਰ ਪਹੁੰਚ ਗਏ। ਜਦੋਂ ਮੈਂ ਪੁਲਿਸ ਦੇ ਨਾਲ ਘਰ ਵਿੱਚ ਪਹੁੰਚੀ ਤਾਂ ਮੇਰੀ ਸੱਸ ਅਤੇ ਉਹ ਸੱਤੇ ਮੁੰਡੇ ਉੱਥੇ ਸਨ ਅਤੇ ਉਹ ਅਮਨ ਤੇ ਜ਼ੁਲਮ ਕਰ ਰਹੇ ਸਨ। ਅਮਨ ਬੇਚੈਨੀ ਨਾਲ ਸਹਿ ਰਿਹਾ ਸੀ, ਪਰ ਉਹ ਲੋਕ ਅਮਨ ਤੇ ਬਿਲਕੁਲ ਵੀ ਤਰਸ ਨਹੀਂ ਕਰ ਰਹੇ ਸਨ। ਪੁਲਿਸ ਨੇ ਉਹਨਾਂ ਲੋਕਾਂ ਨੂੰ ਰੰਗੇ ਹੱਥੀਂ ਫੜ ਲਿਆ ਅਤੇ ਉਹਨਾਂ ਨੂੰ ਫੜ ਕੇ ਲੈ ਗਏ। ਜਦੋਂ ਉਹਨਾਂ ਲੋਕਾਂ ਦੀ ਅਸਲ ਦੇਖਭਾਲ ਕੀਤੀ ਗਈ ਤਾਂ ਉਹਨਾਂ ਨੇ ਸਾਰੀ ਸੱਚਾਈ ਦੱਸ ਦਿੱਤੀ। ਮੇਰੀ ਸੱਸ ਨੇ ਦੱਸਿਆ ਕਿ ਮੇਰਾ ਪੁੱਤਰ ਨਪੁੰਸਕ ਸੀ। ਮੈਨੂੰ ਆਪਣੇ ਪਰਿਵਾਰ ਲਈ ਵਾਰਸ ਦੀ ਲੋੜ ਸੀ, ਇਸ ਲਈ ਮੈਂ ਆਪਣੇ ਬੇਟੇ ਨੂੰ ਠੀਕ ਕਰਨ ਦੀ ਹਰ ਸੰਭਵ ਕੋਸ਼ਿਸ਼ ਕੀਤੀ। ਜਦੋਂ ਮੈਨੂੰ ਕਿਸੇ ਨੇ ਦੱਸਿਆ ਕਿ ਮੇਰਾ ਬੇਟਾ ਠੀਕ ਤਾਂ ਹੋ ਸਕਦਾ ਹੈ, ਪਰ ਉਸ ਲਈ 14 ਦਿਨ ਕੁੰਵਾਰੀ ਲਾੜੀ ਚਾਹੀਦੀ ਹੈ, ਤਾਂ ਮੈਂ ਉਸ ਦਾ ਫਰਜ਼ੀ ਤਰੀਕੇ ਨਾਲ ਵਿਆਹ ਕਰਵਾ ਦਿੱਤਾ। ਗੀਤ ਦਾ ਦੀਪ ਨਾਲ ਅਸਲੀ ਵਿਆਹ ਨਹੀਂ ਹੋਇਆ ਸੀ। ਪੰਡਿਤ ਜੀ, ਇਹ ਤਾਂ ਮੈਂ ਹੀ ਖਰੀਦਿਆ ਸੀ। ਉਸਨੇ ਸਾਰੇ ਮੰਤਰ ਗਲਤ ਪੜ੍ਹੇ ਸਨ। ਸਾਡੀ ਚਾਲ ਪੂਰੀ ਹੋਣ ਵਾਲੀ ਸੀ ਕਿ ਗੀਤ ਨੂੰ ਸਭ ਕੁਝ ਪਤਾ ਲੱਗ ਗਿਆ ਅਤੇ ਉਸਨੇ ਸਭ ਕੁਝ ਕੀਤੇ ਕਰਾਏ ਤੇ ਪਾਣੀ ਫੇਰ ਦਿੱਤਾ। ਪਰ ਫਿਰ ਵੀ ਗੁਰੂ ਜੀ ਨੇ ਮੈਨੂੰ ਇੱਕ ਹੋਰ ਮੌਕਾ ਦਿੱਤਾ ਅਤੇ 3 ਦਿਨਾਂ ਬਾਅਦ ਗੀਤ ਨੂੰ ਬੁਲਾਇਆ ਸੀ। ਅਸੀਂ ਇਸ ਨੂੰ ਲੈ ਕੇ ਜਾਣ ਵਾਲੇ ਹੀ ਸਨ ਅਤੇ ਉਸ ਦਿਨ ਮੇਰਾ ਬੇਟਾ ਠੀਕ ਹੋ ਜਾਂਦਾ, ਪਰ ਇਸ ਤੋਂ ਪਹਿਲਾਂ ਅਮਨ ਗੀਤ ਨੂੰ ਭਜਾ ਦਿੰਦਾ ਹੈ। ਪੁਲਿਸ ਨੇ ਮੇਰੀ ਸੱਸ
ਅਤੇ ਉਸਦੇ ਮੁੰਡਿਆਂ ਨੂੰ ਜੇਲ੍ਹ ਵਿੱਚ ਬੰਦ ਕਰ ਦਿੱਤਾ। ਮੈਂ ਆਪਣੇ ਘਰ ਆ ਗਈ ਸੀ। ਮੈਂ ਆਪਣੀ ਮਾਂ ਗਲ ਲੱਗ ਕੇ ਬਹੁਤ ਰੋਈ ਅਤੇ ਉਸ ਨੂੰ ਸਾਰੀ ਕਹਾਣੀ ਦੱਸੀ। ਮੇਰੀ ਮਾਂ ਵੀ ਮੇਰੀ ਕਿਸਮਤ ਤੇ ਰੋ ਰਹੀ ਸੀ, ਪਰ ਸ਼ੁਕਰ ਵੀ ਕਰ ਰਹੀ ਸੀ ਕਿ ਮੈਂ ਸਹੀ ਸਲਾਮਤ ਉਸ ਕੋਲ ਵਾਪਸ ਆ ਗਈ। ਜ਼ਿੰਦਗੀ ਫਿਰ ਤੋਂ ਆਪਣੇ ਪੁਰਾਣੇ ਰੂਟੀਨ ਤੇ ਚੱਲ ਰਹੀ ਸੀ, ਪਰ ਹੁਣ ਮੇਰੇ ਜੀਵਨ ਵਿੱਚ ਇੱਕ ਖਾਲੀਪਨ ਜਿਹਾ ਸੀ। ਮੈਂ ਚੁੱਪਚਾਪ ਬੈਠੀ ਰਹਿੰਦੀ, ਨਾ ਤਾਂ ਕੰਮ ਕਰਨਾ ਪਸੰਦ ਸੀ, ਨਾ ਹੀ ਹੱਸਣਾ। ਮੇਰੀ ਮਾਂ ਨੇ ਮੈਨੂੰ ਬੁਲਾਇਆ, ਗੀਤ ਤੁਹਾਡੇ ਲਈ ਇੱਕ ਰਿਸ਼ਤਾ ਆਇਆ ਹੈ, ਪਰ ਇਸ ਵਾਰ ਰਿਸ਼ਤਾ ਕਿਸੇ ਅਮੀਰ ਪਰਿਵਾਰ ਤੋਂ ਨਹੀਂ, ਇੱਕ ਗਰੀਬ ਪਰਿਵਾਰ ਤੋਂ ਆਇਆ ਹੈ। ਅਤੇ ਇਸ ਵਾਰ ਮੈਂ ਲਾਲਚ ਵਿੱਚ ਕਿਸੇ ਅਮੀਰ ਪਰਿਵਾਰ ਵਿੱਚ ਤੇਰਾ ਵਿਆਹ ਨਹੀਂ ਕਰਨਾ, ਕਿਉਂਕਿ ਮੈਂ ਜਾਣਦੀ ਹਾਂ ਕਿ ਸਾਨੂੰ ਸਾਡੇ ਵਰਗੇ ਲੋਕਾਂ ਨਾਲ ਹੀ ਵਿਆਹ ਕਰਨਾ ਚਾਹੀਦਾ ਹੈ, ਨਹੀਂ ਤਾਂ ਬੇਮੇਲ ਵਿਆਹ ਬਣ ਜਾਂਦਾ ਹੈ। ਪਰ ਮੈਂ ਆਪਣੀ ਮਾਂ ਨੂੰ ਕਿਹਾ ਕਿ ਮੈਂ ਵਿਆਹ ਨਹੀਂ ਕਰਨਾ ਚਾਹੁੰਦੀ। ਮਾਂ ਦੀਆਂ ਅੱਖਾਂ ਵਿੱਚ ਹੰਝੂ ਆ ਗਏ। ਕਹਿਣ ਲੱਗੀ, ਗੀਤ ਪਤਾ ਨਹੀਂ ਕਿ ਮੈਂ ਅੱਜ ਇੱਥੇ ਹਾਂ ਅਤੇ ਕੱਲ ਨਾ ਰਹਾਂ। ਤੇਰੇ ਪਿਤਾ ਜੀ ਇਕੱਲੇ ਕੀ ਕਰਨਗੇ? ਇਸ ਸਮਾਜ ਵਿੱਚ ਮੁਸ਼ਕਲਾਂ ਹਨ ਜੋ ਕੁੜੀ ਨੂੰ ਜੀਣ ਨਹੀਂ ਦਿੰਦੀ। ਇਸ ਲਈ ਮੇਰੀ ਗੱਲ ਸੁਣੋ ਅਤੇ ਵਿਆਹ ਕਰਵਾ ਲਓ। ਬਹੁਤ ਸੋਹਣਾ ਮੁੰਡਾ ਹੈ, ਤੁਹਾਡਾ ਬਹੁਤ ਖਿਆਲ ਰੱਖੇਗਾ। ਮਾਂ ਦੀ ਖਾਤਰ ਮੈਂ ਵਿਆਹ ਲਈ ਹਾਂ ਕਰ ਦਿੱਤੀ। ਮਾਂ ਨੇ ਦੱਸਿਆ ਕਿ ਮੁੰਡਾ ਆਪਣੀ ਮਾਂ ਅਤੇ ਪੁਜਾਰੀ ਨਾਲ ਸਾਡੇ ਘਰ ਪਹੁੰਚ ਜਾਵੇਗਾ। ਬਹੁਤ ਆਸਾਨੀ ਨਾਲ ਤੁਹਾਡਾ ਵਿਆਹ ਹੋ ਜਾਵੇਗਾ। ਮੈਂ ਚੁੱਪ ਹੀ ਰਹੀ। ਅਗਲਾ ਦਿਨ ਆ ਗਿਆ, ਪਰ ਜਿਉਂ ਹੀ ਮੇਰੀ ਨਜ਼ਰ ਮੁੰਡੇ ਤੇ ਪਈ ਤਾਂ ਮੇਰੀਆਂ ਅੱਖਾਂ ਵਿੱਚ ਹੰਝੂ ਆ ਗਏ, ਕਿਉਂਕਿ ਉਹ ਕੋਈ ਹੋਰ ਨਹੀਂ ਸਗੋਂ ਅਮਨ ਸੀ। ਮੈਂ ਕੁਝ ਕਹਿਣ ਦੇ ਯੋਗ ਨਹੀਂ ਸੀ। ਅਮਨ ਮੇਰੇ ਕੋਲ ਉੱਠ ਕੇ ਆਇਆ ਅਤੇ ਕਹਿਣ ਲੱਗਾ, ਗੀਤ ਮੈਂ ਤੇਰੇ ਨਾਲ ਵਿਆਹ ਕਰਨਾ ਚਾਹੁੰਦਾ ਹਾਂ। ਕੀ ਤੁਸੀਂ ਮੇਰੇ ਨਾਲ ਵਿਆਹ ਕਰਨ ਲਈ ਤਿਆਰ ਹੋ? ਮੈਨੂੰ ਪਤਾ ਹੈ ਵਿਆਹ ਦੇ ਨਾਂ 'ਤੇ ਮਿਲੇ ਇਸ ਧੋਖੇ ਨੇ ਤੁਹਾਡੇ ਦਿਲ ਵਿੱਚ ਨਫ਼ਰਤ ਅਤੇ ਗੁੱਸਾ ਪੈਦਾ ਕਰ ਦਿੱਤਾ ਹੈ, ਪਰ ਗੀਤ ਮੇਰੇ ਤੇ ਵਿਸ਼ਵਾਸ ਕਰੋ, ਮੈਂ ਤੁਹਾਡੇ ਦਿਲ ਅਤੇ ਜ਼ਿੰਦਗੀ ਵਿੱਚ ਪਿਆਰ ਭਰ ਦਿਆਂਗਾ। ਇੰਨਾ ਪਿਆਰ ਦੇਵਾਂਗਾ ਕਿ ਸੋਚਿਆ ਵੀ ਨਹੀਂ ਹੋਵੇਗਾ। ਗੀਤ ਮੈਂ ਤੁਹਾਨੂੰ ਉਸੇ ਦਿਨ ਤੋਂ ਪਿਆਰ ਕਰਨ ਲੱਗ ਪਿਆ ਸੀ ਜਦੋਂ ਤੁਸੀਂ ਵਹੁਟੀ ਬਣ ਕੇ ਉਸ ਘਰ ਵਿੱਚ ਆਏ ਸੀ। ਮੈਨੂੰ ਪਹਿਲਾਂ ਹੀ ਪਤਾ ਸੀ ਕਿ ਇਹ ਵਿਆਹ ਫਰਜ਼ੀ ਹੈ, ਅਤੇ ਅੱਜ ਰੱਬ ਦੀ ਮਿਹਰ ਸਦਕੇ ਤੁਸੀਂ ਉਹਨਾਂ ਲੋਕਾਂ ਤੋਂ ਸਹੀ ਸਲਾਮਤ ਬਚ ਗਏ ਹੋ, ਅਤੇ ਮੈਨੂੰ ਵੀ ਰੱਬ ਨੇ ਤੁਹਾਨੂੰ ਆਪਣੀ ਜ਼ਿੰਦਗੀ ਵਿੱਚ ਸ਼ਾਮਲ ਕਰਨ ਦਾ ਮੌਕਾ ਦਿੱਤਾ ਹੈ। ਮੈਨੂੰ ਦੱਸੋ ਫਿਰ, ਕੀ ਤੁਸੀਂ ਮੇਰੇ ਨਾਲ ਵਿਆਹ ਕਰਨ ਲਈ ਤਿਆਰ ਹੋ? ਮੇਰੀਆਂ ਅੱਖਾਂ ਵਿੱਚ ਖੁਸ਼ੀ ਦੇ ਹੰਝੂ ਆ ਗਏ। ਮੈਂ ਹਾਂ ਵਿੱਚ ਸਿਰ ਹਿਲਾਇਆ। ਅਮਨ ਖੁਸ਼ੀ ਨਾਲ ਪਾਗਲ ਹੋ ਗਿਆ। ਜਲਦੀ ਹੀ ਆਪਣੀ ਜੇਬ ਵਿੱਚੋਂ ਕੱਢ ਕੇ ਸੋਨੇ ਦੀ ਮੁੰਦਰੀ ਮੇਰੀ ਉਂਗਲੀ ਵਿੱਚ ਪਾ ਦਿੱਤੀ। ਮੈਂ ਅੱਜ ਬਹੁਤ ਖੁਸ਼ ਸੀ। ਅਮਨ ਭਾਵੇਂ ਗਰੀਬ ਸੀ, ਪਰ ਦਿਲ ਦਾ ਸੱਚਾ ਸੀ। ਤਾਂ ਦੋਸਤੋ, ਕੀ ਮੇਰਾ ਫੈਸਲਾ ਸਹੀ ਹੈ? ਇਸ ਬਾਰੇ ਆਪਣੇ ਕੀਮਤੀ ਵਿਚਾਰ ਕਮੈਂਟ ਬਾਕਸ ਵਿੱਚ ਸਾਂਝੇ ਜ਼ਰੂਰ ਕਰਨਾ।